ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ। ਅੱਜ ਅਸੀਂ ਟੌਪਿਕ ਡਿਸਕਸ ਕਰ ਰਹੇ ਹਾਂ ਇਲੈਕਟ੍ਰੋਮੈਗਨੈਟਿਕ ਸਪੈਕਟਰਮ। ਲਾਸਟ ਟੌਪਿਕ ਦੇ ਵਿੱਚ ਅਸੀਂ ਈਐਮ ਵੇਵਸ ਦੀ ਨੇਚਰ ਦੀ ਗੱਲ ਕੀਤੀ ਸੀ ਤੇ ਈਐਮ ਵੇਵਸ ਦੀਆਂ ਪ੍ਰੋਪਰਟੀਜ਼ ਦੀ ਗੱਲ ਕੀਤੀ ਸੀ। ਮੈਕਸਵੈਲ ਇਕੁਏਸ਼ਨਸ ਨੂੰ ਅਸੀਂ ਆਲਰੇਡੀ ਸਟੱਡੀ ਕਰ ਚੁੱਕੇ ਹਾਂ। ਤਾਂ ਮੈਕਸਵੈਲ ਦੇ ਟਾਈਮ ਤੇ ਜੋ ਇਲੈਕਟ੍ਰੋਮੈਗਨੈਟਿਕ ਵੇਵਸ ਬਾਰੇ ਸਾਨੂੰ ਨੌਲੇਜ ਸੀ ਦੈਟ ਵਾਜ਼ ਵਿਜ਼ੀਬਲ ਲਾਈਟ। ਇਲੈਕਟ੍ਰੋਮੈਗਨੈਟਿਕ ਸਪੈਕਟਰਮ ਜੋ ਹੈ ਗਾਮਾ ਰੇਜ਼, ਐਕਸ ਰੇਜ਼, ਅਲਟਰਾਵਾਇਲਟ, ਵਿਜ਼ੀਬਲ, ਇਨਫਰਾਰੈਡ, ਮਾਈਕ੍ਰੋਵੇਵਸ ਤੇ ਰੇਡੀਓ ਵੇਵਸ ਤੋਂ ਕੰਸਿਸਟਡ ਹੈ। ਠੀਕ ਹੈ, ਤਾਂ ਇਹਨਾਂ ਬਾਰੇ ਸਾਨੂੰ ਬਾਅਦ ਵਿੱਚ ਪਤਾ ਲੱਗਿਆ। ਤਾਂ ਅੱਜ ਅਸੀਂ ਇਹਨਾਂ ਸਾਰਿਆਂ ਨੂੰ ਡਿਸਕਸ ਕਰਾਂਗੇ ਕਿ ਇਹਨਾਂ ਦੀ ਫ੍ਰੀਕੁਐਂਸੀ ਰੇਂਜ ਕੀ ਹੈ, ਇਹਨਾਂ ਦਾ ਸੋਰਸ ਕੀ ਹੈ ਕਿ ਕਿਸ ਤਰੀਕੇ ਨਾਲ ਪ੍ਰੋਡਿਊਸ ਹੋ ਰਹੀਆਂ ਅਤੇ ਇਹਨਾਂ ਦੇ ਯੂਜ਼ ਕੀ ਹੈ ਕਿ ਕਿੱਥੇ ਕਿੱਥੇ ਯੂਜ਼ ਹੋ ਰਹੀਆਂ। ਸਭ ਤੋਂ ਪਹਿਲਾਂ ਤਾਂ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਕੀ ਚੀਜ਼ ਹੈ ਕਿ ਇਹਨਾਂ ਸਾਰੀਆਂ ਰੇਜ਼ ਨੂੰ, ਜੋ ਵੀ ਅਸੀਂ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਇੱਕ ਆਰਡਰ ਦੇ ਵਿੱਚ ਅਰੇਂਜ ਕਰਨਾ, ਇਨਕਰੀਜ਼ਿੰਗ ਔਰ ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਔਰ ਵੇਵਲੈਂਥ, ਤੇ ਉਸਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਕਹਿੰਦੇ ਹਾਂ। ਆਰਡਰਲੀ ਅਰੇਂਜਮੈਂਟ ਆਫ ਇਲੈਕਟ੍ਰੋਮੈਗਨੈਟਿਕ ਵੇਵਸ ਇਨ ਦਾ ਇਨਕਰੀਜ਼ਿੰਗ ਔਰ ਡਿਕਰੀਜ਼ਿੰਗ ਆਰਡਰ, ਕਿ ਅਸੀਂ ਇਨਕਰੀਜ਼ਿੰਗ ਆਰਡਰ 'ਚ ਵੀ ਲਗਾ ਸਕਦੇ ਹਾਂ ਜਾਂ ਡਿਕਰੀਜ਼ਿੰਗ ਆਰਡਰ 'ਚ ਵੀ ਲਗਾ ਸਕਦੇ ਹਾਂ, ਆਫ ਫ੍ਰੀਕੁਐਂਸੀ ਔਰ ਵੇਵਲੈਂਥ ਇਜ਼ ਕਾਲਡ ਇਲੈਕਟ੍ਰੋਮੈਗਨੈਟਿਕ ਸਪੈਕਟਰਮ। ਕਿ ਅਸੀਂ ਫ੍ਰੀਕੁਐਂਸੀ ਜਾਂ ਵੇਵਲੈਂਥ ਦੇ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ ਆਰਡਰ ਦੇ ਵਿੱਚ ਸਾਰੀਆਂ ਵੇਵਸ ਨੂੰ ਲਗਾ ਦਈਏ ਤਾਂ ਉਹ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਹੈ। ਠੀਕ ਹੈ, ਤਾਂ ਹੁਣ ਅਸੀਂ ਇਹਨਾਂ ਨੂੰ ਫ੍ਰੀਕੁਐਂਸੀ ਦੇ ਆਰਡਰ ਦੇ ਵਿੱਚ ਲਗਾ ਰਹੇ ਹਾਂ ਅਤੇ ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਦੇ ਵਿੱਚ ਲਗਾ ਰਹੇ ਹਾਂ। ਠੀਕ ਹੈ, ਅਤੇ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਜੀ ਨੇਮ ਦੀ, ਕਿ ਕਿਸ ਪਾਰਟ ਦੀ ਅਸੀਂ ਗੱਲ ਕਰ ਰਹੇ ਹਾਂ। ਤਾਂ ਜੋ ਸਭ ਤੋਂ ਜ਼ਿਆਦਾ ਫ੍ਰੀਕੁਐਂਸੀ ਵਾਲਾ ਪਾਰਟ ਹੈ ਦੈਟ ਇਜ਼ ਗਾਮਾ ਰੇਜ਼। ਠੀਕ ਹੈ ਜੀ। ਨੰਬਰ 2 ਤੇ ਜੋ ਆਉਂਦਾ ਜੀ ਉਹ ਹੈ ਐਕਸ ਰੇਜ਼। ਨੰਬਰ 3 ਇਜ਼ ਅਲਟਰਾਵਾਇਲਟ, ਜਿਸ ਨੂੰ ਅਸੀਂ UV ਵੀ ਕਹਿ ਦਿੰਦੇ ਹਾਂ ਸ਼ਾਰਟ ਦੇ ਵਿੱਚ। ਨੰਬਰ 4 ਇਜ਼ ਵਿਜ਼ੀਬਲ ਲਾਈਟ, ਜੋ ਸਨ ਤੋਂ ਆ ਰਹੀ ਹੈ, ਜੋ ਅਸੀਂ ਯੂਜ਼ ਕਰ ਰਹੇ ਹਾਂ। ਠੀਕ ਹੈ, ਹਰ ਕੰਮ ਲਈ। ਨੰਬਰ 5 ਇਜ਼ ਇਨਫਰਾਰੈਡ, ਰੇਜ਼, ਜਿਸ ਨੂੰ ਅਸੀਂ IR ਕਹਿ ਦਿੰਦੇ ਹਾਂ ਜੀ, ਇਨਫਰਾਰੈਡ। ਨੰਬਰ 6 ਇਜ਼ ਮਾਈਕ੍ਰੋਵੇਵਸ ਐਂਡ ਨੰਬਰ 7 ਇਜ਼ ਰੇਡੀਓ ਵੇਵਸ। ਠੀਕ ਹੈ, ਤਾਂ ਇਹ ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਹੈ ਕਿ ਜੇ ਅਸੀਂ ਨੀਚੇ ਨੂੰ ਜਾਂਦੇ ਹਾਂ ਇਸ ਸਾਈਡ ਵੱਲ ਤਾਂ ਇਹ ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਹੈ। ਤਾਂ ਇਹ ਫ੍ਰੀਕੁਐਂਸੀ ਰੇਂਜ ਹੈ ਜੀ। ਦੇਖੋ ਤਾਂ ਰੇਡੀਓ ਵੇਵਸ ਦੀ ਫ੍ਰੀਕੁਐਂਸੀ ਸਭ ਤੋਂ ਘੱਟ ਹੈ। ਇਹ ਨੀਚੇ ਵੱਲ ਅਸੀਂ ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਲਿਖਿਆ। ਜਿਸ ਸਾਈਡ ਵੱਲ ਫ੍ਰੀਕੁਐਂਸੀ ਡਿਕਰੀਜ਼ ਹੁੰਦੀ ਹੈ ਉਸ ਸਾਈਡ ਵੱਲ ਵੇਵਲੈਂਥ ਇਨਕਰੀਜ਼ ਹੁੰਦੀ ਹੈ, ਤਾਂ ਤੁਸੀਂ ਇਸ ਨੂੰ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ ਵੀ ਕਹਿ ਸਕਦੇ ਹੋ। ਤਾਂ ਰੇਡੀਓ ਵੇਵਸ ਦੀ ਫ੍ਰੀਕੁਐਂਸੀ ਜੋ ਹੈ 3 × 10⁻³ ਹਰਟਸ ਦੇ ਵਿੱਚ ਅਸੀਂ ਲਿਖ ਰਹੇ ਹਾਂ। ਹਰਟਸ ਤੋਂ ਲੈ ਕੇ 3 × 10⁻11 ਤੱਕ ਹੈ। ਠੀਕ ਹੈ, ਅਤੇ ਮਾਈਕ੍ਰੋਵੇਵਸ 3 × 10⁸ ਟੂ 3 × 10⁻11 ਤੱਕ ਹੈ। ਦੇਖੋ ਇਹ ਰੇਂਜ ਜੋ ਹੈ ਕਾਸਕੇਡ ਹੋ ਰਹੀ ਹੈ। ਹੁਣ ਜੇ 10⁸ ਆ ਰਹੀ ਹੈ ਤਾਂ ਉਹ ਰੇਡੀਓ ਵੇਵਸ ਵੀ ਹੋ ਸਕਦੀਆਂ ਅਤੇ ਮਾਈਕ੍ਰੋਵੇਵਸ ਵੀ ਹੋ ਸਕਦੀਆਂ। ਠੀਕ ਹੈ ਨਾ, ਤਾਂ ਇਹ ਡਿਪੈਂਡ ਕਰਦਾ ਜੀ ਕਿ ਕਿਸ ਤਰੀਕੇ ਨਾਲ ਇਹ ਪ੍ਰੋਡਿਊਸ ਹੋਈਆਂ, ਇਹਨਾਂ ਦਾ ਸੋਰਸ ਕੀ ਹੈ। ਤਾਂ ਉਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਨਾਮ ਦਿੰਦੇ ਹਾਂ ਕਿ ਰੇਡੀਓ ਵੇਵਸ ਹੈ ਜਾਂ ਮਾਈਕ੍ਰੋਵੇਵਸ ਹੈ। ਠੀਕ ਹੈ, ਇਹ ਨਹੀਂ ਜੀ ਇਕੱਲਾ ਫ੍ਰੀਕੁਐਂਸੀ ਰੇਂਜ ਦੇਖ ਕੇ ਅਸੀਂ ਕਹਿੰਦੇ ਹਾਂ। ਅਤੇ ਇਸ ਤਰੀਕੇ ਨਾਲ ਤੁਸੀਂ ਬਾਕੀ ਸਪੈਕਟਰਮ ਨੂੰ ਵੀ ਦੇਖ ਸਕਦੇ ਹੋ ਕਿ ਇਨਫਰਾਰੈਡ ਜਿਹੜੀ ਹੈ ਉਹ 10⁻11 ਟੂ 10⁻14 ਹੈ, ਅਤੇ ਵਿਜ਼ੀਬਲ ਲਾਈਟ ਜੋ ਹੈ 4 × 10⁻14 ਟੂ 8 × 10⁻14 ਹਰਟਸ ਹੈ। ਠੀਕ ਹੈ, ਵਿਜ਼ੀਬਲ ਲਾਈਟ ਦੀ ਵੈਸੇ ਵੀ ਤੁਹਾਨੂੰ ਵੇਵਲੈਂਥ ਯਾਦ ਹੋਏਗੀ ਕਿ 400 ਨੈਨੋਮੀਟਰ ਟੂ 700 ਨੈਨੋਮੀਟਰ ਦੇ ਨੀਅਰ ਅਬਾਊਟ ਹੁੰਦੀ ਹੈ। ਠੀਕ ਹੈ, ਤਾਂ ਜੇ ਤੁਹਾਨੂੰ ਵੇਵਲੈਂਥ ਦੇ ਵਿੱਚ ਤੁਸੀਂ ਲੈ ਕੇ ਜਾਣਾ ਹੈ ਤਾਂ ਤੁਸੀਂ ਫਾਰਮੂਲਾ ਯੂਜ਼ ਕਰ ਸਕਦੇ ਹੋ ਜੀ। ਆਪਣੇ ਕੋਲ ਫਾਰਮੂਲਾ ਹੁੰਦਾ ਜੀ C = μ, ਅਤੇ C ਦੀ ਵੈਲਿਊ ਤੁਹਾਨੂੰ ਪਤਾ ਹੈ ਜੀ ਕਿ C = 3 × 10⁻8 ਮੀਟਰ ਪਰ ਸੈਕਿੰਡ। ਠੀਕ ਹੈ, ਹੁਣ ਤੁਹਾਨੂੰ ਜੇ C ਦੀ ਵੈਲਿਊ ਪਤਾ ਹੈ, ਟੇਬਲ ਦੇ ਵਿੱਚ ਫ੍ਰੀਕੁਐਂਸੀ ਗਿਵਨ ਹੈ, ਤਾਂ ਅਸੀਂ ਲੈਮਡਾ ਫਾਈਂਡ ਕਰ ਸਕਦੇ ਹਾਂ। ਲੈਮਡਾ = C/μ ਜੇ ਅਸੀਂ ਲੈਮਡਾ ਦੇ ਵਿੱਚ ਗੱਲ ਕਰਨੀ ਹੈ। ਅਤੇ ਇਸ ਕਰਕੇ ਦੋਨੋਂ ਚੀਜ਼ਾਂ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ ਕਿ ਵੇਵਲੈਂਥ ਵੀ ਯਾਦ ਰੱਖੋ, ਫ੍ਰੀਕੁਐਂਸੀ ਵੀ ਯਾਦ ਰੱਖੋ। ਅਸੀਂ ਤਾਂ ਫ੍ਰੀਕੁਐਂਸੀ ਯਾਦ ਕਰ ਲੈਂਦੇ ਹਾਂ, ਇਹਨਾਂ ਦਾ ਆਰਡਰ ਯਾਦ ਰੱਖ ਲੈਂਦੇ ਹਾਂ ਕਿ ਕਿੰਨੇ 10⁻ ਤੱਕ ਲਾਈ ਕਰਦੀ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਯਾਦ ਰੱਖਾਂਗੇ। ਵਿਜ਼ੀਬਲ ਸਪੈਕਟਰਮ ਜੋ ਹੈ, ਵਿਜ਼ੀਬਲ ਲਾਈਟ ਹੈ, ਅਤੇ ਇਹ ਸਪੈਕਟਰਮ ਜੋ ਹੈ ਵਿਬਗਿਓਰ VIBGYOR। ਤਾਂ ਜੋ ਵਿਜ਼ੀਬਲ ਲਾਈਟ ਹੈ ਉਹ ਫਰਦਰ 7 ਕਲਰਸ ਤੋਂ ਬਣੀ ਹੈ ਕਿ ਵਾਇਲਟ,
इंडिगो, ब्लू, ग्रीन, येलो, ऑरेंज ते रैड। ठीक है, तो विजिबल लाइट तो जे असी वायलट की फ्रीकुएंसी सब तो ज़्यादा है, तो वायलट तो भी ज़्यादा फ्रीकुएंसी की गल करिए तो दैट इज़ अल्ट्रा वायलट, मतलब वेवलेंथ घट रही है तो फ्रीकुएंसी बढ़ रही है। तो इस साइड पर जे असी देखिए कि फ्रीकुएंसी सब तो घट है, तो इस तो भी घट फ्रीकुएंसी जे असी गल करिए तो विजिबल स्पैक्ट्रम के इस साइड पर लाई करता है इनफ्रारेड। ठीक है, रैड तो बाद इनफ्रारेड तो वायलट तो पहला अल्ट्रा वायलट। ठीक है, तो इस साइड पे जो फ्रीकुएंसी है वो डिक्रीज़ कर रही है। जिस तरह असीं पहला डिक्रीजिंग ऑर्डर की गल की है, तो ये डिक्रीजिंग ऑर्डर है फ्रीकुएंसी का। ठीक है जी, तो इस तरीके के नाल असीं फ्रीकुएंसी ते वेवलेंथ में एक दूसरे में कन्वर्ट कर सकते हैं। हाईएस्ट जो फ्रीकुएंसी है दैट बिलोंग्स टू गामा रेज 10⁻19 टू 10⁻20 के ऑर्डर की है। एक्स रेज जो है 10⁻16 टू 10⁻19। ठीक है, तो हम गल करते हैं जी प्रोडक्शन की, कि प्रोडक्शन तो ही एक्चुअली पता लगता है कि ये किस तरह दी रेज है। जिमें जो गामा रेज है वो न्यूक्लीयर रिएक्शनस के प्रोड्यूस होंगी हैं, तो न्यूक्लीयर रिएक्शन जो सोर्स है 10⁻19 हर्ट्स का दैट इज़ गामा रेज। जो एक्स रेज है वो प्रोड्यूस होंगी हैं जी बंबार्डमेंट ऑफ एटम्स विद हाई एनर्जी इलैक्ट्रॉन्स। कि हाई एनर्जी इलैक्ट्रॉन जो स्ट्राइक करते हैं मैटल के उपर तो उनके विचों जो जो इलैक्ट्रॉन की ट्रांजिशन होंगी हैं बिटवीन द लैवल्स, तो उत्थों एक्स रेज प्रोड्यूस होंगी हैं। अल्ट्रा वायलट प्रोड्यूस होंगी हैं जी स्पैशल लैंप्स तो, वैरी हॉट बॉडीज़ तो, एक्साइटेशन ऑफ एटम्स तो, जो इलैक्ट्रॉन जंप करते हैं फ्रॉम द हायर लैवल टू लोअर लैवल। ठीक है, विजिबल लाइट का सानू सारों पता ही है जी, प्रोडक्शन की गल करने की लोड़ नहीं कि मेन पार्ट ऑफ द सन स्पैक्ट्रम है, सोलर स्पैक्ट्रम है। ठीक है, उनके अल्ट्रा वायलट भी है, इनफ्रारेड भी है। ठीक है, बाकी इहदे भी विजिबल लाइट भी एक्साइटेशन ऑफ एटम्स तो प्रोड्यूस होती है कि जैसे एटम्स को एक्साइट करते हैं, इलैक्ट्रॉन जंप करता है फ्रॉम द हायर लैवल टू लोअर लैवल, तो विजिबल लाइट भी इमिट होती है। इनफ्रारेड लाइट जी है वो हमेशा इनफ्रारेड रेज जो है दैट इज़ प्रोड्यूस्ड बाय ऑल हॉट बॉडीज़। कोई भी हॉट बॉडी है तो इनफ्रारेड लाइट को इमिट करती है। माइक्रोवेव्स लिए जी स्पैशल डिवाइसिस है, तो उनके लिए गन होंगे, इसनों क्लिस्ट्रॉन तो मैगनेट्रॉन कहते हैं। जिमें घर के माइक्रोवेव ओवन भी यूज़ करते हैं, तो उनके भी क्लिस्ट्रॉन या मैगनेट्रॉन यूज़ होंगे हैं। ठीक है जी, रेडियो वेव्स प्रोड्यूस होंगे हैं जी एक्सलरेटेड मोशन ऑफ चार्जिज इन कंडक्टिंग वायरस। तो जो चार्जिज एक्सलरेट कर रहे हैं वायरस के तो फिर रेडियो वेव्स प्रोड्यूस होंगी हैं। तो क्लीयर है जी, ये प्रोडक्शन पर डिपेंड करता है जी फिर वो किस तरह दियाँ असी किस रेंज की गल कर रहे हैं, असी किस पार्ट की गल कर रहे हैं। तो हुण इन्हां दे यूजेस भी है, कुछ यूजेस तो तुहानूं पता होणगे जी कित्थे कित्थे यूज़ हो रही हैं। तो सब तो पहला जी उनकी गल करते हैं जिस चीज़ तुहानूं पता है जी विजिबल लाइट कित्थे यूज़ हो रही है। तो विजिबल लाइट तो जो अपनी आई है वो विजिबल लाइट प्रति सेंसिटिव है। ठीक है, तो जो असी देखते हैं वो विजिबल लाइट करके देख रहे हैं। ह्यूमन आई इज़ सेंसिटिव टू विजिबल पार्ट ऑफ सोलर स्पैक्ट्रम। ठीक है, अल्ट्रा वायलट लाइट कित्थे यूज़ हो रही है, तो अल्ट्रा वायलट लाइट की फ्रीकुएंसी ज़्यादा है जी। देखो इस दे विच एनर्जी ज़्यादा कैरी करती है। अल्ट्रा वायलट लाइट में असीं यूज़ करते हैं बैक्टीरिया को किल करने लई। जो सर्जिकल इंस्ट्रूमेंट है किसी डॉक्टर के किसी हॉस्पिटल के विच उन्हां नूं बैक्टीरिया फ्री करने लई। ठीक है, तुसीं देखो जिहड़े वाटर प्यूरीफायर्स है उनके विच भी अल्ट्रा वायलट हुंदा है जी, यूवी लैंप लगे होंदे उहदे विच कि वो पानी के उपर लाइट पा के बैक्टीरिया को किल करते हैं। इनफ्रारेड जिहड़ी है ये सानूं पता है जी। हुण इनफ्रारेड जिहड़ी है ये हॉट बॉडीज़ नाल रिलेटेड है, तो हीट थैरेपी लिए यूज़ होती है। ठीक है, जो अर्थ की सरफेस है वो भी जो लाइट एब्जॉर्ब करती है फ्रॉम द इनफ्रारेड पार्ट ऑफ द सन स्पैक्ट्रम, तो उनके करके जो ग्रीन हाउस इफैक्ट होंदा है वो भी इनफ्रारेड के नाल रिलेटेड है। माइक्रोवेव्स यूज़ होंगे हैं जी कम्युनिकेशन के विच। ठीक है, मोबाइल कम्युनिकेशन के विच जो टीवी सिग्नल्स ट्रांसमिट करते हैं फ्रॉम एंटीना टू अनदर एंटीना, तो उनके विच यूज़ होंगी हैं जी माइक्रोवेव्स। ठीक है जी, रडार सिस्टम के विच यूज़ होंगी हैं, जो कि तुसीं +1 दे विच रडार बारे पढ़िया सी ना कि असीं प्लेन्स डिटैक्ट करने लई, एनिमी प्लेन डिटैक्ट करने लई असीं रडार सिस्टम को यूज़ करते हैं, तो उनके विच माइक्रोवेव्स यूज़ होंगी हैं। ठीक है, तो रेडियो वेव्स कित्थे यूज़ होंदी है जी,
ਤਾਂ ਰੇਡੀਓ ਵੇਵਸ ਵੀ ਕਮਿਊਨੀਕੇਸ਼ਨ ਦੇ ਵਿੱਚ ਯੂਜ਼ ਹੁੰਦੀਆਂ, ਠੀਕ ਹੈ। ਤਾਂ ਲੋ ਫ੍ਰੀਕੁਐਂਸੀ ਜੋ ਰੇਡੀਓ ਵੇਵਸ ਹੈ ਉਹ ਰੇਡੀਓ ਸਿਗਨਲਸ ਨੂੰ ਟਰਾਂਸਮਿਟ ਕਰਨ ਲਈ ਯੂਜ਼ ਹੁੰਦੀਆਂ। ਹਾਈ ਫ੍ਰੀਕੁਐਂਸੀ ਜੋ ਹੈ ਉਹ ਟੀਵੀ ਸਿਗਨਲਸ ਲਈ ਯੂਜ਼ ਹੁੰਦੀਆਂ, ਠੀਕ ਹੈ ਜੀ। ਤੇ ਜੋ ਐਕਸ-ਰੇਜ਼ ਹੈ, ਐਕਸ-ਰੇਜ਼ ਦਾ ਤਾਂ ਇੱਕ ਯੂਜ਼ ਤੁਹਾਨੂੰ ਪਤਾ ਹੀ ਹੋਏਗਾ ਜੀ, ਜਿੱਥੇ ਵੀ ਹਿਊਮਨ ਬੋਡੀਜ਼ ਦੇ ਵਿੱਚ ਬੋਨਸ ਦੇ ਵਿੱਚ ਕਿਤੇ ਫ੍ਰੈਕਚਰ ਹੈ ਤਾਂ ਉੱਥੇ ਐਕਸ-ਰੇਜ਼ ਯੂਜ਼ ਹੁੰਦੀਆਂ, ਠੀਕ ਹੈ ਜੀ। ਬੋਡੀ ਦੀਆਂ ਇਮੇਜਸ ਬੋਨਸ ਦੀਆਂ ਖਾਸ ਕਰਕੇ ਤਾਂ ਉਹ ਡਾਇਗਨੋਸ ਕਰਨ ਲਈ ਡਾਇਗਨੋਸਟਿਕ ਟੂਲ ਦੇ ਤੌਰ ਤੇ ਐਕਸ-ਰੇਜ਼ ਯੂਜ਼ ਹੁੰਦੀਆਂ। ਗਾਮਾ ਰੇਜ਼ ਯੂਜ਼ ਹੁੰਦੀਆਂ ਜੀ ਕੋਈ ਟਿਸ਼ੂ ਨੂੰ ਮਤਲਬ ਕਿਲ ਕਰਨ ਦੇ ਲਈ, ਖਾਸ ਕਰਕੇ ਜਿਹੜੇ ਟਿਊਮਰਸ ਨਾਲ ਰਿਲੇਟਡ ਟਿਸ਼ੂਜ਼ ਹੈ, ਜਿਵੇਂ ਕੈਂਸਰ ਨਾਲ ਰਿਲੇਟਡ ਹੈ, ਤਾਂ ਉਸ ਤਰ੍ਹਾਂ ਦੀ ਕੋਈ ਥੈਰੇਪੀ ਹੈ ਤਾਂ ਉਹਦੇ ਲਈ ਗਾਮਾ ਰੇਜ਼ ਯੂਜ਼ ਹੁੰਦੀਆਂ, ਠੀਕ ਹੈ ਜੀ। ਹੁਣ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਕਿਸ ਤਰ੍ਹਾਂ ਪੁੱਛਿਆ ਜਾਂਦਾ ਜੀ, ਤੁਹਾਨੂੰ ਦੋ ਤਰੀਕੇ ਦੇ ਕੁਐਸਚਨ ਆਉਂਦੇ ਆ ਜੀ। ਇੱਕ ਤਾਂ ਕੁਐਸਚਨ ਇਹ ਆਉਂਦਾ ਕਿ ਫ੍ਰੀਕੁਐਂਸੀ ਰੇਂਜ ਦਿੱਤੀ ਜਾਂਦੀ ਹੈ, ਤੁਹਾਨੂੰ ਪੁੱਛਿਆ ਜਾਂਦਾ ਜੀ ਕਿ ਇਹ ਕਿਸ ਪਾਰਟ ਨੂੰ ਬਿਲੋਂਗ ਕਰਦੇ ਹੈ। ਅਤੇ ਦੂਜਾ ਤੁਹਾਨੂੰ 2-3 ਰੇਜ਼ ਦੇ ਦਿੱਤੀਆਂ ਜਾਂਦੀਆਂ ਜਿਵੇਂ ਐਕਸ-ਰੇਜ਼, ਗਾਮਾ ਰੇਜ਼, ਇਨਫਰਾਰੈਡ ਰੇਜ਼। ਇਹਨਾਂ ਨੂੰ ਆਰਡਰ ਦੇ ਵਿੱਚ ਅਰੇਂਜ ਕਰੋ, ਇਹਨਾਂ ਨੂੰ ਫ੍ਰੀਕੁਐਂਸੀ ਦੇ ਇਨਕਰੀਜ਼ਿੰਗ ਆਰਡਰ 'ਚ ਅਰੇਂਜ ਕਰੋ, ਡਿਕਰੀਜ਼ਿੰਗ ਆਰਡਰ ਦੇ ਵਿੱਚ ਅਰੇਂਜ ਕਰੋ, ਠੀਕ ਹੈ। ਅਤੇ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਜੀ ਕਿ ਕੋਈ ਵੀ ਤੁਹਾਨੂੰ ਦੇ ਦਿੱਤੀਆਂ ਜਾਂਦੀਆਂ ਜੀ, ਜਿਵੇਂ ਇਨਫਰਾਰੈਡ ਹੈ, ਇਹਨਾਂ ਦੇ 4 ਯੂਜ਼ ਦਿਓ ਕਿ ਵਟ ਆਰ ਦਾ ਯੂਜ਼ਜ਼ ਆਫ ਇਨਫਰਾਰੈਡ ਰੇਜ਼। ਅਤੇ ਕੁਛ ਯੂਜ਼ ਤਾਂ ਮੈਂ ਤੁਹਾਨੂੰ ਦੱਸੇ ਹੈ, ਠੀਕ ਹੈ ਜੀ। ਬਾਕੀ ਤੁਸੀਂ ਨੋਟਸ ਡਾਊਨਲੋਡ ਕਰ ਲੈਣਾ ਅਤੇ ਉਹਦੇ ਵਿੱਚ ਮੈਂ ਬਾਕੀ ਸਾਰੇ ਜਿਹੜੇ ਯੂਜ਼ ਹੈ ਮਿਨੀਮਮ 4 ਯੂਜ਼ ਮੈਂ ਮੈਂਸ਼ਨ ਕਰ ਦੇਵਾਂਗਾ, ਠੀਕ ਹੈ। ਤਾਂ ਕਿਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾਂਦਾ ਜੀ, ਆਪਾਂ ਇੱਕ ਦਾ ਕੁਐਸਚਨ ਜਿਹੜਾ ਉਹ ਡਿਸਕਸ ਕਰਕੇ ਦੇਖਦੇ ਹਾਂ। ਤਾਂ ਹੁਣ ਕੁਐਸਚਨ ਹੈ ਸਾਡੇ ਕੋਲ ਕਿ ਅਰੇਂਜ ਦਾ ਫੋਲੋਇੰਗ ਇਨ ਦਾ ਇਨਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ, ਕਿ ਸਾਨੂੰ ਗਿਵਨ ਹੈ ਐਕਸ-ਰੇਜ਼, ਵਿਜ਼ੀਬਲ ਲਾਈਟ ਅਤੇ ਮਾਈਕਰੋਵੇਵਸ। ਇਹਨਾਂ ਤਿੰਨਾਂ ਨੂੰ ਅਸੀਂ ਇਨਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਦੇ ਵਿੱਚ ਲਗਾਉਣਾ ਹੈ। ਇਨਕਰੀਜ਼ਿੰਗ ਆਰਡਰ ਦਾ ਮਤਲਬ ਕਿ ਸਭ ਤੋਂ ਪਹਿਲਾਂ ਅਸੀਂ ਜਿੰਦੀ ਫ੍ਰੀਕੁਐਂਸੀ ਸਭ ਤੋਂ ਘੱਟ ਹੈ ਉਸ ਤੋਂ ਸਟਾਰਟ ਕਰਨਾ ਹੈ, ਫਿਰ ਉਸ ਤੋਂ ਜ਼ਿਆਦਾ ਵਾਲੀ ਅਤੇ ਫਿਰ ਹਾਈਐਸਟ ਵਾਲੀ, ਇਹਨਾਂ ਤਿੰਨਾਂ ਦੇ ਵਿੱਚੋਂ, ਠੀਕ ਹੈ। ਹੁਣ ਜਿਵੇਂ ਅਸੀਂ ਇਸ ਸਪੈਕਟਰਮ ਨੂੰ ਦੇਖਦੇ ਹਾਂ ਤਾਂ ਸਪੈਕਟਰਮ ਦੇ ਵਿੱਚ ਸਭ ਤੋਂ ਲੋਐਸਟ ਸੀ ਰੇਡੀਓ ਵੇਵਸ ਤੋਂ ਬਾਅਦ 'ਚ ਮਾਈਕਰੋਵੇਵਸ। ਅਸੀਂ ਮਾਈਕਰੋਵੇਵਸ ਲਿਖਾਂਗੇ ਜੀ। ਤਾਂ ਇਨਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਕੀ ਹੋਏਗਾ, ਤਾਂ ਅਸੀਂ ਸਟਾਰਟ ਕਰਾਂਗੇ ਵਿਦ ਮਾਈਕਰੋਵੇਵਸ, ਠੀਕ ਹੈ। ਮਾਈਕਰੋਵੇਵਸ ਤੋਂ ਜ਼ਿਆਦਾ ਫ੍ਰੀਕੁਐਂਸੀ ਕਿਸ ਦੀ ਹੈ, ਉਸ ਤੋਂ ਬਾਅਦ 'ਚ ਇਨਫਰਾਰੈਡ ਆਉਂਦੀ ਹੈ, ਉਸ ਤੋਂ ਬਾਅਦ 'ਚ ਵਿਜ਼ੀਬਲ ਲਾਈਟ ਆਉਂਦੀ ਹੈ, ਤਾਂ ਉਸ ਤੋਂ ਬਾਅਦ ਆਉਂਦੀ ਹੈ ਜੀ ਵਿਜ਼ੀਬਲ ਲਾਈਟ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਵਿੱਚ ਆਉਂਦੀ ਹੈ ਅਲਟਰਾਵਾਇਲਟ ਅਤੇ ਉਸ ਤੋਂ ਬਾਅਦ ਵਿੱਚ ਐਕਸ-ਰੇਜ਼, ਠੀਕ ਹੈ। ਅਤੇ ਉਸ ਤੋਂ ਬਾਅਦ ਵਿੱਚ ਗਾਮਾ ਰੇਜ਼। ਤਾਂ ਇਹ ਸਾਡਾ ਇਨਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਹੈ, ਠੀਕ ਹੈ ਜੀ। ਕੁਐਸਚਨ ਨੰਬਰ 2, ਤਾਂ ਹੁਣ ਸਾਨੂੰ ਪੁੱਛਿਆ ਗਿਆ ਜੀ ਕਿ ਰੇਂਜ ਦਾ ਫੋਲੋਇੰਗ ਇਨ ਦਾ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ, ਕਿ ਅਸੀਂ ਇਹਨਾਂ ਨੂੰ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ ਦੇ ਵਿੱਚ ਲਗਾਉਣਾ ਹੈ, ਠੀਕ ਹੈ। ਤਾਂ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ ਦਾ ਮਤਲਬ ਮੈਂ ਤੁਹਾਨੂੰ ਸਮਝਾਇਆ ਸੀ ਕਿ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ ਦਾ ਮਤਲਬ ਫਿਰ ਕੀ ਹੈ, ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ, ਠੀਕ ਹੈ। ਤਾਂ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ ਦਾ ਮਤਲਬ ਹੈ ਕਿ ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ, ਕਿਉਂਕਿ ਅਸੀਂ ਫ੍ਰੀਕੁਐਂਸੀ ਆਰਡਰ ਹੀ ਯਾਦ ਰੱਖਿਆ ਹੈ, ਤਾਂ ਅਸੀਂ ਇਹਨਾਂ ਨੂੰ ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਦੇ ਵਿੱਚ ਲਗਾ ਦਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਕਿਹੜੀਆਂ ਆਉਣਗੀਆਂ, ਗਾਮਾ ਰੇਜ਼, ਠੀਕ ਹੈ ਜੀ। ਉਸ ਤੋਂ ਬਾਅਦ 'ਚ ਆਉਣਗੀਆਂ ਜੀ ਅਲਟਰਾਵਾਇਲਟ ਅਤੇ ਉਸ ਤੋਂ ਬਾਅਦ ਵਿੱਚ ਆਉਣਗੀਆਂ ਜੀ ਰੇਡੀਓ ਵੇਵਸ, ਠੀਕ ਹੈ। ਇਹ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ ਹੈ। ਇਹ ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਹੈ ਅਤੇ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ। ਜਿਸ ਦੀ ਫ੍ਰੀਕੁਐਂਸੀ ਜ਼ਿਆਦਾ ਹੈ ਉਸ ਦੀ ਵੇਵਲੈਂਥ ਘੱਟ ਹੈ, ਠੀਕ ਹੈ। C ਇਜ਼ ਇਕੁਅਲ ਟੂ ਨਿਊ ਲੈਮਡਾ ਹੁੰਦਾ ਨਾ, ਤਾਂ C ਇਜ਼ ਇਕੁਅਲ ਟੂ ਨਿਊ ਲੈਮਡਾ ਦੇਖੋ ਜੀ, ਠੀਕ ਹੈ। ਅਤੇ C ਇਜ਼ ਕੌਨਸਟੈਂਟ ਤਾਂ ਨਿਊ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਲੈਮਡਾ। ਅਤੇ ਯਾਦ ਰੱਖਿਆ ਜੀ ਕਿ ਫ੍ਰੀਕੁਐਂਸੀ ਅਤੇ ਵੇਵਲੈਂਥ ਇੱਕ ਦੂਜੇ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ। ਤਾਂ ਜੋ ਡਿਕਰੀਜ਼ਿੰਗ ਆਰਡਰ ਆਫ ਵੇਵਲੈਂਥ, ਜੋ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ ਹੈ ਉਹ ਡਿਕਰੀਜ਼ਿੰਗ ਆਰਡਰ ਆਫ ਫ੍ਰੀਕੁਐਂਸੀ ਹੈ, ਠੀਕ ਹੈ ਜੀ। ਜਾਂ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਜੀ ਤੁਹਾਨੂੰ ਕਿ ਗਿਵ 4 ਯੂਜ਼ਜ਼ ਆਫ अल्ट्रावायलेट रेज, ठीक है जी। ये बहुत इंपॉर्टेंट है। अल्ट्रावायलेट तो इन्फ्रारेड गिव 4 यूजेस ऑफ इन्फ्रारेड रेज या एक्स रेज, तो कुछ भी कोई भी तुहानूं पूछा जा सकता है, ठीक है जी। या ये क्वेश्चन पूछा जाता है जी
EM वेव्स ਦੇ ਵਿੱਚ ਕਿ ਤੁਹਾਨੂੰ ਇੱਕ ਰੇਂਜ ਦਿੱਤੀ ਜਾਂਦੀ ਹੈ, ਫ੍ਰੀਕੁਐਂਸੀ ਰੇਂਜ, ਤੇ ਉਹ ਕਿਸ ਪਾਰਟ ਨੂੰ ਬਿਲੋਂਗ ਕਰਦੀ ਹੈ। 10 raised to power 12 hertz belongs to which part of EM spectrum, electromagnetic spectrum, and give one use that part, तो उस पार्ट का एक यूज़ दसो। ठीक है, तो हुण असीं इलैक्ट्रोमैग्नैटिक स्पैक्ट्रम नूं याद रखना है जी। फ्रीकुएंसी रेंज जो है तो 10 raised to power 12 हर्ट्स किस नूं बिलोंग करती है, तो 10 raised to power 12 हर्ट्स बिलोंग करती है जी इंफ्रारेड नूं। इंफ्रारेड, तो आंसर क्या आएगा जी इंफ्रारेड। तो इंफ्रारेड का कोई यूज़ तुहानूं पता होवे तो हीट थैरेपी दे विच यूज़ हुंदी है जी। तो यूज़ टू ट्रीट मस्कुलर पेन, मस्कुलर पेन। ठीक है, तो उसनूं रिलीव करती है जो इन्फ्रारेड है, या अर्थ नूं वार्म रखण दे विच यूज़ हुंदी है इन्फ्रारेड जो रेज है। ठीक है जी, सोलर वाटर हीटर्स दे विच यूज़ हुंदी है। चलो बाकी मैं तुहानूं दे दूँगा जी, जिहड़ा पार्ट है जिहड़ा तुसीं एक डाउनलोड करना है जी पेज, तो उस दे विच सारिਆਂ दे यूज़ आ जाणगे। ठीक है जी, तो इस तरह के क्वेश्चन जोड़े इहदे विच पूछे जाते हैं। तो ये लास्ट पार्ट सीगा जी जो इलैक्ट्रोमैग्नैटिक वेव्स का सीगा। तो इस तो अगे असीं नैक्सट यूनिट स्टार्ट करांगे जी ऑप्टिक्स। ठीक है, सो ऑल द बेस्ट, हैव अ नाइस डे।